84 ਵਿੱਚ ਹਮਲਾ ਹੋਇਆ, ਤੋਪਾਂ ਦੀ ਆਵਾਜ਼ ਆਈ, ਬਿਲਡਿੰਗਾਂ ਗਿਰੀਆਂ। ਉਹਨਾਂ ਨੇ ਬਾਹਰੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਹ ਲਾਈ, ਪਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਵਿਰੋਧ ਕਰਦੇ ਨੇ ਉਹ ਐਸੀ ਤੋਪ ਹੈ ਜਿਹਦੀ ਆਵਾਜ਼ ਨਹੀਂ ਹੈ, ਪਰ ਨੁਕਸਾਨ ਸਾਰੇ ਸਿੱਖਾਂ ਨੂੰ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣਾ ਚਾਹੀਦਾ। ਇਕੱਲੇ ਮੈਨੂੰ ਹੀ ਨਹੀਂ ਜਾਂ ਇਕੱਲੇ ਤੁਹਾਨੂੰ ਹੀ ਨਹੀਂ, ਹਰ ਸਿੱਖ ਜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲੇਗਾ ਤਾਂ ਹੀ ਕੌਮ ਦੀ ਚੜ੍ਹਦੀ ਕਲਾ। ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਸਾਡੇ ਕੋਲ ਮਰਿਆਦਾ ਤੋਂ ਬਿਨਾਂ ਹੋਰ ਹੈ ਕੀ? ਸਾਨੂੰ ਪੰਥਕ ਢਾਂਚੇ ਨੂੰ ਸੰਭਾਲ ਕੇ ਚੱਲਣ ਲਈ ਸਾਡੇ ਕੋਲ ਇੱਕੋ ਹੀ ਵੱਡੀ ਸ਼ਕਤੀ ਹੈ, ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ। ਸਿੰਘ ਸਾਹਿਬ ਜੀ, ਮਰਿਆਦਾ ਨੂੰ ਲੈ ਕੇ ਬਹੁਤ ਦੁਵਿਧਾਵਾਂ ਨੇ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਬਾਕੀ ਤਖਤਾਂ ਦੀ ਮਰਿਆਦਾ ਦੇ ਵਿੱਚ ਕੋਈ ਫਰਕ ਹੈ। ਕਿਸ ਤਰ੍ਹਾਂ ਤੁਸੀਂ ਮੰਨਦੇ ਹੋ? ਕੋਈ ਤੁਹਾਡੇ ਕੋਲ ਪਟਨਾ ਸਾਹਿਬ ਦੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਜਿਹੜੀ ਆ ਸੇਵਾਵਾਂ ਨੇ ਬਤੌਰ ਜਥੇਦਾਰ ਦੀਆਂ, ਕਿਉਂ ਦੁਵਿਧਾ ਹੈ ਜੀ? ਕਿੱਦਾਂ ਖਤਮ ਹੋਣਗੀਆਂ ਇਹ ਦੁਵਿਧਾਵਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਇਹ ਹੈ ਵੀ ਪੰਜੇ ਹੀ ਤਖਤ ਅਕਾਲ ਪੁਰਖ ਦੇ ਨੇ। ਅਕਾਲ ਪੁਰਖ ਤੋਂ ਬਿਨਾਂ ਕੋਈ ਤਖਤ ਕਿਸੇ ਦਾ ਹੈ ਨਹੀਂ। ਸਰਵਉੱਚਤਾ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੀ, ਜਿਸ ਨੇ ਆਦਿ ਕਾਲ ਤੋਂ ਸਿੱਖ ਜਗਤ ਦੀ ਰਾਖੀ ਕੀਤੀ ਹੈ। ਸਿੱਖ ਜਗਤ ਦਾ ਕੇਂਦਰੀ ਸੱਤਾ ਦਾ, ਸ਼ਕਤੀ ਦਾ ਸੋਮਾ ਹੈ, ਔਰ ਸਿੱਖੀ ਨੂੰ ਹਰਿਆ ਭਰਿਆ ਸ੍ਰੀ ਅਕਾਲ ਤਖਤ ਸਾਹਿਬ ਨੇ ਕੀਤਾ। ਰਹੀ ਗੱਲ ਮਰਿਆਦਾ ਦੀ, ਸਾਡੀ ਵਰਲਡ ਵਾਈਡ ਸਾਰੇ ਸੰਸਾਰ ਪੱਧਰ 'ਤੇ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਦੀ, ਹਰ ਸਿੱਖ ਨੂੰ ਉਸੇ ਮਰਿਆਦਾ ਨੂੰ ਮੰਨਣਾ ਚਾਹੀਦਾ। ਬਾਕੀ ਸਾਡੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹੈ, ਸ੍ਰੀ ਹਜ਼ੂਰ ਸਾਹਿਬ ਹੈ, ਸਥਾਨਕ ਥੋੜ੍ਹਾ ਜਿਹਾ ਆਪਣੀ ਲੋੜ ਅਨੁਸਾਰ, ਜਿਵੇਂ ਸ੍ਰੀ ਦਰਬਾਰ ਸਾਹਿਬ ਜੈਕਾਰਾ ਅਸੀਂ ਨਹੀਂ ਬੁਲਾਉਂਦੇ, ਇੱਕ ਪਰੰਪਰਾ ਚੱਲੀ ਆਉਂਦੀ, ਉਸ ਪਰੰਪਰਾ ਅਨੁਸਾਰ ਥੋੜ੍ਹਾ ਜਿਹਾ ਦੇਖਣ ਨੂੰ ਲੱਗਦਾ ਹੈ ਕਿ ਕੋਈ ਫਰਕ ਹੈ, ਪਰ ਜ਼ਰਾ ਜਿੰਨਾ ਕੋਈ ਫਰਕ ਕਿਧਰੇ ਵੀ ਨਹੀਂ ਹੈ। ਸਾਰੇ ਅਸੀਂ ਜਿੰਨੇ ਸਿੰਘ ਸਾਹਿਬਾਂ, ਸਾਰੇ ਮੇਰੇ ਸਮੇਤ ਰੋਮ ਰੋਮ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ, ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਇੱਕ ਇੱਕ ਅੱਖਰ ਨੂੰ ਅਸੀਂ ਰੋਮ ਰੋਮ ਕਰਕੇ ਸਮਰਪਿਤ ਹਾਂ। ਸਿੰਘ ਸਾਹਿਬ, ਕੁਝ ਵੱਲੋਂ ਕਿਹਾ ਜਾਂਦਾ ਕਿ ਇਹ ਜਿਹੜੀ ਮਰਿਆਦਾ ਚੱਲੀ ਆ ਰਹੀ ਹੈ, ਜਿਹੜੀ ਪ੍ਰਿੰਟਡ ਵੀ ਸੰਗਤ ਨੂੰ ਵੰਡੀ ਜਾ ਰਹੀ ਹੈ, ਇਹ ਖਰੜ ਹੈ, ਜਦ ਕਿ ਇਹ ਮਰਿਆਦਾ ਜਿਹੜੀ ਹੈਗੀ ਆ ਇਹੋ ਹੀ ਜਦੋਂ ਅੰਮ੍ਰਿਤ ਸੰਚਾਰ ਦੇ ਦਰਮਿਆਨ ਸੰਗਤ ਨੂੰ ਦੱਸੀ ਜਾਂਦੀ ਹੈ, ਇਸੇ ਤੇ ਪਹਿਰਾ ਦੇਣ ਦੇ ਲਈ ਕਿਹਾ ਜਾਂਦਾ ਹੈ। ਦੇਖੋ, ਗੱਲ ਇਹ ਹੈ, ਇਹ ਮੈਨੂੰ ਤਾਂ ਇਸ ਗੱਲ ਬਾਰੇ ਨਹੀਂ ਪਤਾ ਵੀ ਕਿਉਂ ਇਹ ਕਹਿੰਦੇ ਨੇ ਖਰੜਾ ਜਾਂ ਕੀ ਹੈ। ਉਹ ਸਾਰੇ ਪੰਥਕ ਸ਼ਖਸੀਅਤਾਂ ਬੈਠ ਕੇ, ਸਾਰੀ ਕੌਮ ਨੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਸਾਡੇ ਕੋਲ ਮਰਿਆਦਾ ਤੋਂ ਬਿਨਾਂ ਹੋਰ ਹੈ ਕੀ? ਸਾਨੂੰ ਪੰਥਕ ਢਾਂਚੇ ਨੂੰ ਸੰਭਾਲ ਕੇ ਚੱਲਣ ਲਈ ਸਾਡੇ ਕੋਲ ਇੱਕੋ ਹੀ ਵੱਡੀ ਸ਼ਕਤੀ ਹੈ, ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ। ਜਾਂ ਇੰਝ ਕਹਿ ਲਓ ਕਿ ਆਤਮਾ ਗੁਰੂ ਗ੍ਰੰਥ ਸਾਹਿਬ ਹੈ, ਸਰੀਰ ਸ੍ਰੀ ਅਕਾਲ ਤਖਤ ਸਾਹਿਬ। ਇਸ ਕਰਕੇ ਆਤਮਾ ਦਾ ਤੇ ਸਰੀਰ ਦਾ ਮੇਲ ਹੀ ਜੀਵਨ ਹੈ। ਜਿਹੜੇ ਲੋਕੀ ਦੁਬਿਧਾ ਪਾਉਂਦੇ ਨੇ ਉਹਨਾਂ ਦੀ ਆਪਣੀ ਇੱਛਾ ਹੈ ਪਾਈ ਜਾਣ, ਪਰ ਕੋਈ ਵੀ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਪ੍ਰਤੀ ਮੈਂ ਅਰਜ਼ ਕਰਾਂ ਕਿੰਤੂ ਕਰ ਹੀ ਨਹੀਂ ਸਕਦਾ। ਸਿੰਘ ਸਾਹਿਬ, ਬਹੁਤ ਵੇਖਿਆ ਜਿਹੜੇ ਕਿੰਤੂ ਕਰਦੇ ਨੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਂਦੇ ਨੇ, ਉਹਨਾਂ ਦਾ ਬਹੁਤ ਭੈੜਾ ਅਸਰ ਹੁੰਦਾ। ਤੁਸੀਂ ਦੇਖ ਲਓ, ਜਿਨ੍ਹਾਂ ਨੇ ਅੱਜ ਤੱਕ ਮੱਥਾ ਲਾਇਆ, ਜੇ ਤਾਂ ਉਹਨਾਂ ਦਾ ਮੱਥਾ ਕਿਤੇ ਨਜ਼ਰ ਆ ਰਿਹਾ ਤਾਂ ਦੱਸੋ। ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਚੈਲੰਜ ਕਰਨਾ ਵੀ ਇੱਕ ਹਮਲਾ ਹੀ ਹੈਗਾ। ਇਹ ਗੱਲ ਵੱਖਰੀ ਹੈ ਬਈ 84 ਵਿੱਚ ਹਮਲਾ ਹੋਇਆ, ਤੋਪਾਂ ਦੀ ਆਵਾਜ਼ ਆਈ, ਬਿਲਡਿੰਗਾਂ ਗਿਰੀਆਂ। ਉਹਨਾਂ ਨੇ ਬਾਹਰੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਹ ਲਾਈ, ਪਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਵਿਰੋਧ ਕਰਦੇ ਨੇ ਉਹ ਐਸੀ ਤੋਪ ਹੈ ਜਿਹਦੀ ਆਵਾਜ਼ ਨਹੀਂ ਹੈ, ਪਰ ਨੁਕਸਾਨ ਬੜਾ ਜ਼ਿਆਦਾ। ਉਹ ਬੇਇੰਤਹਾ ਹਿਰਦਿਆਂ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੀ ਮਹਾਨ ਪਵਿੱਤਰ ਇਮਾਰਤ ਨੂੰ ਗਿਰਾਉਂਦੇ। ਸਿੰਘ ਸਾਹਿਬ, ਜੇਕਰ ਅਕਾਲ ਤਖਤ ਸਾਹਿਬ ਵੱਲੋਂ ਕੋਈ ਪਹਿਲ ਕਦਮੀ ਕੀਤੀ ਜਾਂਦੀ ਹੈ ਕਿ 5 ਤਖਤ ਸਾਹਿਬਾਨ ਦੀ ਮਰਿਆਦਾ ਇੱਕ ਕੀਤੀ ਜਾਵੇ, ਤਾਂ ਪਟਨਾ ਸਾਹਿਬ ਵੱਲੋਂ ਤੁਸੀਂ ਮੈਂ ਕਹਿੰਦਾ ਜੀ, ਸਾਰੇ ਸਿੱਖਾਂ ਨੂੰ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣਾ ਚਾਹੀਦਾ। ਇਕੱਲੇ ਮੈਨੂੰ ਹੀ ਨਹੀਂ ਜਾਂ ਇਕੱਲੇ ਤੁਹਾਨੂੰ ਹੀ ਨਹੀਂ, ਹਰ ਸਿੱਖ ਜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲੇਗਾ ਤਾਂ ਹੀ ਕੌਮ ਦੀ ਚੜ੍ਹਦੀ ਕਲਾ ਰਹੇਗੀ, ਨਹੀਂ ਤਾਂ ਹੰਨੇ ਹੰਨੇ ਅੱਗੇ ਫਿਰਦੇ ਰਹੇ, ਫਿਰੀ ਜਾਓ, ਉਹਦੇ ਨਾਲ ਫਰਕ ਨਹੀਂ ਪੈਣਾ। ਸਿੰਘ ਸਾਹਿਬ ਜੀ, ਸਰਬੱਤ ਖਾਲਸਾ ਸੱਦਣ ਦੀ ਲੋੜ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ?
ਤਾਂ ਜੋ ਇੱਕ ਪੰਥ ਇਕੱਠਾ ਕਰਕੇ ਕੋਈ ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਣ? ਦੇਖੋ, ਜਦੋਂ ਵੀ ਕੋਈ ਮਸਲਾ ਆਇਆ ਉਦੋਂ ਸਾਰਾ ਪੰਥ ਇਕੱਠਾ ਹੁੰਦਾ ਹੀ ਰਿਹਾ, ਪਰ ਇਹ ਸਾਡੀ ਪਰੰਪਰਾ ਹੈ, ਇਸ ਵਿੱਚ ਸਾਡੀ ਜ਼ਿੰਦਗੀ ਹੈ, ਇਸ ਵਿੱਚ ਸਾਡੀ ਹਸਤੀ ਹੈ, ਸਾਡੀ ਹੋਂਦ ਹੈ। ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦਾ ਆਦੇਸ਼ ਆਏਗਾ ਉਦੋਂ ਹੀ ਪੰਥ ਸਾਰਾ ਇਕੱਠਾ ਹੀ ਹੈ ਔਰ ਇਕੱਠਾ ਹੋ ਵੀ ਜਾਏਗਾ, ਕੋਈ ਵੱਡੀ ਗੱਲ ਨਹੀਂ। ਧੰਨਵਾਦ ਜੀ। ਤੁਸੀਂ ਵੀ ਕਰਨ ਸਿੰਘ ਸਾਹਿਬ, ਕੁਝ ਲੋਕ ਜਿਹੜੇ ਇੱਥੇ ਆ ਕੇ ਛੱਡੋ ਇੱਕ ਮਿੰਟ। ਮਰਿਆਦਾ ਤੇ ਵਿਰਾਸਤਾਂ ਦੀਆਂ ਗੱਲਾਂ ਕਰਦੇ ਸੀ, ਉਹਨਾਂ ਨੂੰ ਦਿੱਲੀ ਚੋਣਾਂ ਦੇ ਵਿੱਚ ਮੂੰਹ ਦੀ ਖਾਣੀ ਪਈ ਹੈ। ਦੇਖੋ, ਦਿੱਲੀ ਹੋਵੇ ਭਾਵੇਂ ਕੋਈ ਦੇਸ਼ ਹੋਵੇ, ਯਾਰ ਇੱਕ ਮਿੰਟ ਬੰਦ ਕਰੋ। ਜਿਹੜਾ ਆਪਣੀਆਂ ਪੰਥਕ ਸੰਸਥਾਵਾਂ ਨੂੰ ਹੀ ਸਮਰਪਿਤ ਨਹੀਂ। ਕੁਝ ਐਸੇ ਵਿਅਕਤੀ ਨੇ ਜਿਨ੍ਹਾਂ ਨੂੰ ਪਾਲਿਆ ਸ਼੍ਰੋਮਣੀ ਕਮੇਟੀ ਦੇ ਯਤੀਮਖਾਨਿਆਂ ਨੇ, ਸਿਖਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਮੈਂ ਵਿਅਕਤੀ ਦੀ ਗੱਲ ਨਹੀਂ ਕਰ ਰਿਹਾ, ਉਹਨਾਂ ਨੂੰ ਸੰਭਾਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਿਅਕਤੀ ਨਹੀਂ ਹੈ, ਇੱਕ ਸਿੱਖਾਂ ਦੀ ਸੰਗਠਿਤ ਸ਼ਕਤੀ ਹੈ, ਇੱਕ ਬਹੁਤ ਵੱਡੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖਾਂ ਦੀ ਇੱਕ ਸੰਸਥਾ ਹੈ ਵੱਡੀ। ਇਸ ਕਰਕੇ ਜਿਨ੍ਹਾਂ ਨੂੰ ਪਾਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸੰਭਾਲਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਜੋਬ ਦਿੱਤੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਤੇ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੋਰਡ ਲਾ ਕੇ ਡਾਲਰਾਂ ਦੇ ਲਾਲਚ ਵਿੱਚ ਜਾਂ ਪੈਸੇ ਦੇ ਲਾਲਚ ਵਿੱਚ ਜਾਂ ਝੂਠੀ ਸ਼ੋਹਰਤ ਦੇ ਲਾਲਚ ਵਿੱਚ ਆ ਕੇ ਤੇ ਵਿਰੋਧ ਕਰਦੇ ਨੇ, ਫਿਰ ਉਹਨਾਂ ਨੂੰ ਮੂੰਹ ਦੀ ਖਾਣੀ ਖਾਣੀ। ਇਸ ਕਰਕੇ ਜੇ ਮੂੰਹ ਦੀ ਖਾਧੀ ਹੈ ਤਾਂ ਉਹ ਚੰਗਾ ਸਬਕ ਹੈ। ਔਰ ਅੱਗੇ ਤੋਂ ਵੀ ਮੈਂ ਸਾਰੇ ਪੰਥ ਨੂੰ ਅਪੀਲ ਕਰਨਾ ਚਾਹੁੰਦਾ ਬਈ ਇਹੋ ਜਿਹੇ ਲੋਕਾਂ ਤੋਂ ਸੁਚੇਤ ਰਹੋ, ਤੇ ਐਵੇਂ ਖਾਮਖਾ ਕਿਸੇ ਦੇ ਕਹਿਣ ਤੇ ਕਿਤੇ ਇਹ ਗੁਨਾਹ ਨਾ ਕਰ ਬੈਠਣਾ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਅਸੀਂ ਵਿਰੋਧ ਕਰੀਏ। ਸਿੰਘ ਸਾਹਿਬ, ਕਿੰਨਾ ਕੋ ਸਿਆਣਾ ਵਿਅਕਤੀ ਹੋਏਗਾ ਜਿਹਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਮਿਲੀ ਹੋਵੇ, ਉਹ ਉੱਥੋਂ ਦੀ ਸੇਵਾ ਛੱਡ ਕੇ ਤੇ ਅੱਜ ਸੜਕਾਂ ਦੇ ਉੱਤੇ ਕੀਰਤਨ ਕਰ ਰਿਹਾ? ਮੈਂ ਕਹਿੰਦਾ ਜੀ, ਸਿਆਣਾ ਸ਼ਬਦ ਹੀ ਨਾ ਵਰਤੋ, ਉਹ 100 ਮੂਰਖਾਂ ਦਾ ਇੱਕ ਮੂਰਖ ਜਿਹੜਾ ਸ੍ਰੀ ਦਰਬਾਰ ਸਾਹਿਬ ਦੀ ਕੀਰਤਨ ਦੀ ਸੇਵਾ ਛੱਡ ਕੇ। ਮੈਂ ਸਾਰੀ ਜ਼ਿੰਦਗੀ ਤਰਸਿਆ ਵੀ ਮੈਨੂੰ ਇੱਥੇ ਚਰਨ ਧੂੜ ਮਿਲ ਜਾਏ, ਹਰ ਸਿੱਖ ਤਰਸਦਾ। ਮੈਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਪੰਥ ਨੇ ਜਥੇਦਾਰ ਥਾਪਿਆ, ਮੈਂ ਉੱਥੇ ਅਰਦਾਸ ਕਰਦਾ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਤੇ ਜਿਹੜਾ ਦਰਸ਼ਨ ਇਸ਼ਨਾਨ ਦੀ ਜਿਸ ਅਸਥਾਨ ਦੀ ਮੰਗ ਹੈ, ਸਾਡੇ ਵਾਸਤੇ ਅਕਾਲ ਪੁਰਖ ਦੀ ਦਰਗਾਹ ਵੀ ਇਹੀ ਹੈ, ਸਾਡੇ ਵਾਸਤੇ ਅਕਾਲ ਪੁਰਖ ਦਾ ਨਿਵਾਸ ਵੀ ਇਹੀ ਹੈ, ਸਾਡੇ ਵਾਸਤੇ ਸਾਡੀ ਆਨ ਸ਼ਾਨ ਤੇ ਜਾਨ ਇਮਾਨ ਇਹੀ। ਤੇ ਇੱਥੋਂ ਦੀ ਸੇਵਾ ਛੱਡ ਕੇ ਤੇ ਸੜਕਾਂ 'ਤੇ ਬਹਿ ਕੇ ਕੀਰਤਨ ਵੈਸੇ ਸੁਣ ਲਓ ਕਿਧਰੇ ਆਉਂਦਿਆਂ ਜਾਂਦਿਆਂ, ਇਹ ਗੱਲ ਵੱਖਰੀ। ਆਪਣੇ ਘਰ ਵਿੱਚ ਬੈਠੋ, ਕੀਰਤਨ ਕਰੋ, ਕੀਰਤਨ ਦੀ ਬੇਅਦਬੀ ਨਾ ਕਰੋ। ਇਸ ਲਈ ਮੈਂ ਨਹੀਂ ਸਮਝਦਾ ਕਿ ਕੋਈ ਸਿਆਣਪ ਹੈ, ਸਿਆਣਪ ਨਹੀਂ ਹੈ, ਮੂਰਖਤਾ ਦੀ ਇੰਤਹਾ ਹੈ। ਜਿਸ ਤਰ੍ਹਾਂ ਹੁਣ ਦਿੱਲੀ ਤੋਂ ਇਹਨਾਂ ਨੂੰ ਪਾਰਟੀ, ਇਹਨਾਂ ਦੀ ਪਾਰਟੀ ਜਿਹੜੀ ਬਣਾਈ ਇਹਨਾਂ ਨੇ, ਸੰਗਤ ਨੇ ਦੱਸ ਦਿੱਤਾ ਕਿ ਆਪਾਂ ਤੁਹਾਡੇ ਨਾਲ ਨਹੀਂ, ਇਹਨਾਂ ਨੂੰ ਘਰ ਨਹੀਂ ਬੈਠ ਜਾਣਾ। ਕਿਹੜੀ ਪਾਰਟੀ ਬਣਾਈ ਹੈ? ਉਹ ਸਿੱਖ ਸਦਭਾਵਨਾ ਦਲ ਜੀ, ਉਹ ਦਿੱਲੀ ਚੋਣਾਂ 'ਚ ਬੜੀਆਂ ਦਲਦਲਾਂ ਇੱਥੇ ਫਿਰਦੀਆਂ, ਦਲ ਦੁਲ ਕਾਹਦੇ ਨੇ? ਇਹਨਾਂ ਨੂੰ ਪੰਥ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ, ਬਲਕਿ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ, ਖੁਦ ਪੇਸ਼ ਹੋ ਕੇ, ਭਾਵੇਂ ਅਕਾਲ ਤਖਤ ਸਾਹਿਬ ਤਲਬ ਵੀ ਨਾ ਕੀਤਾ ਜਾਏ, ਖੁਦ ਪੇਸ਼ ਹੋ ਕੇ ਮਾਫੀ ਮੰਗਣੀ ਚਾਹੀਦੀ ਹੈ ਕਿ ਅਸੀਂ ਪੰਥ ਦੀ ਵਿੱਚ ਜਿਹੜੀ ਫੁੱਟ ਪਾਉਣ ਦਾ ਯਤਨ ਕਰ ਰਹੇ। ਸਿੰਘ ਸਾਹਿਬ, ਸਾਲ 2015 ਦੇ ਵਿੱਚ ਚੱਬੇ ਦੇ ਵਿੱਚ ਇੱਕ ਮੇਲਾ ਹੋਇਆ ਸੀ। ਉਸ ਮੇਲੇ ਦੇ ਵਿੱਚ ਕੁਝ ਜਥੇਦਾਰ ਥਾਪੇ ਗਏ ਸੀ, ਉਹ ਕੁਝ ਮੰਤਰੀਆਂ ਨੂੰ ਤਲਬ ਕਰਕੇ ਤੇ ਇੱਕ ਚਲਾ ਰਹੇ ਨੇ ਜੀ ਮੁਹਿੰਮ ਕਿ ਇਹਨਾਂ ਨੂੰ, ਸਾਨੂੰ ਬਰਗਾੜੀ ਮੋਰਚੇ ਵੇਲੇ ਇਹਨਾਂ ਨੇ ਜ਼ਲੀਲ ਕੀਤਾ, ਸਾਡੇ ਨਾਲ ਧੋਖੇਬਾਜ਼ੀ ਕੀਤੀ ਹੈ। ਗੱਲ ਇਹ ਹੈ, ਕਿਸੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਲਾਵਾ ਇਹ ਹੱਕ ਨਹੀਂ ਹੈ ਕਿ ਉਹ ਆਪਣੇ ਆਪ ਕੋਈ ਜਥੇਦਾਰ ਬਣ ਜਾਏ। ਇਸ ਤਰ੍ਹਾਂ ਸਾਰੇ ਜਥੇਦਾਰ ਬਣ ਜਾਣਗੇ। ਇਹ ਵੀ ਇੱਕ ਤਰ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਪੈਰਲਲ ਇੱਕ ਆਪਣੀ ਹੋਂਦ ਹਸਤੀ ਹਉਮੈ ਨੂੰ ਪ੍ਰਗਟ ਕਰਨਾ। ਸ੍ਰੀ ਅਕਾਲ ਤਖਤ ਸਾਹਿਬ ਦੇ ਚਰਨਾਂ ਦੀ ਧੂੜ ਮੱਥੇ ਤੇ ਲੱਗ ਜਾਏ ਤੇ ਮਨੁੱਖ ਗੁਰੂ ਨਾਲ ਜੁੜ ਜਾਂਦਾ, ਤੇ ਐਵੇਂ ਖਾਮਖਾ ਤੁਰੇ ਫਿਰਦੇ, ਨਾ ਗੱਲ ਨਾ ਬਾਤ। ਸਿੰਘ ਸਿੰਘ, ਉਸ ਜਥੇਦਾਰ ਨੇ ਆ ਕੇ ਆਪਣੇ ਆਪ ਨੂੰ, ਜਿਹੜਾ ਮਤਵਾਜੀ ਜਥੇਦਾਰ ਆਪਣੇ ਆਪ ਨੂੰ ਕਹਾਉਂਦੇ ਨੇ, ਆ ਕੇ ਤੇ ਕਹਿ ਦਿੱਤਾ ਜੀ ਆਪਾਂ ਕੋ ਮੋਰਚਾ ਖਤਮ ਕਰ ਦਿੱਤਾ, ਸਾਨੂੰ ਆਪਾਂ ਅੱਜ ਮਾਫੀ ਮੰਗ ਲਈ। ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਮਾਫੀ ਮੰਗੀ, ਉਹ ਕਹਿੰਦੇ ਜੀ ਇੱਥੇ ਮਾਫੀ ਨਹੀਂ ਹੋ ਸਕਦੀ, ਆਪਣੀ ਮਾਫੀ ਇਹਨਾਂ ਦੀ ਮਾਫੀ ਹੈ, ਕਿਸੇ ਦੀ ਮਾਫੀ ਨਹੀਂ ਹੈ। ਮੈਂ ਇੱਥੇ ਉਦੋਂ, ਮੈਨੂੰ ਹੁਣ ਉਹ ਨਾਂ ਨਹੀਂ ਯਾਦ ਬੰਦੇ ਦਾ, ਅਸੀਂ ਉੱਪਰ ਸੰਦੇਸ਼ ਦੇ ਵਿੱਚ ਸੀਗੇ ਬੰਦੀ ਛੋੜ ਦਿਵਸ ਤੇ ਬਾਹਰ ਪੈੜ ਲੱਗੀ ਹੋਈ ਸੀ, ਪੈੜ ਤੇ ਚੜ੍ਹ ਕੇ ਇਹਨਾਂ ਦਰਸ਼ਨੀ ਡਿਓੜੀ ਨੂੰ ਲੱਤਾਂ ਮਾਰੀਆਂ, ਪੈਰ ਮਾਰੇ। ਉਹ ਪੈਰ ਜਿਹੜੇ ਮਾਰੇ ਨੇ ਉਹ ਦਰਸ਼ਨੀ ਡਿਓੜੀ ਨੂੰ ਨਹੀਂ,
ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਛਾਤੀ 'ਚ ਮਾਰੇ ਹੋਏ, ਤੇ ਅਸੀਂ ਕਿਵੇਂ ਇਹਨਾਂ ਨੂੰ ਮੰਨ ਲਈਏ? ਇੱਕ ਆ ਕੇ ਆਪਣੀ ਨਤਮਸਤਕ ਹੋਣ, ਇੱਥੇ ਹੋਰ ਰਸਤਾ ਹੀ ਕੋਈ ਨਹੀਂ। ਮੈਂ ਨਹੀਂ ਕਹਿੰਦਾ ਵੀ ਕੋਈ ਸਾਨੂੰ ਨਤਮਸਤਕ ਹੋਵੇ, ਅਸੀਂ ਤਾਂ ਗੁਰੂ ਪੰਥ ਦੇ ਚਰਨਾਂ 'ਚ ਧੂੜ ਦੇ ਨਿਵਾਜੇ ਸੇਵਾਦਾਰ ਹਾਂ। ਸਾਡਾ ਆਪਣਾ ਹੁਕਮ ਵੀ ਕੋਈ ਨਹੀਂ, ਗੁਰੂ ਦੇ ਹੁਕਮ ਨੂੰ ਅਸੀਂ ਅੱਗੇ ਪ੍ਰਚਾਰਦੇ ਹਾਂ। ਅਸੀਂ ਗੁਰੂ ਪੰਥ ਦੀਆਂ ਲੋੜਾਂ ਨੂੰ ਜੋ ਮਹਿਸੂਸ ਕਰਦੇ ਹਾਂ ਉਸ ਮੁਤਾਬਕ ਗੱਲ ਕਰਦੇ ਹਾਂ। ਇਹ ਆ ਕੇ ਮਾਫੀ ਮੰਗਣ, ਗੁਰੂ ਗ੍ਰੰਥ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਪੰਥ ਨੂੰ ਸਮਰਪਿਤ ਹੋਣ, ਚੜ੍ਹਦੀ ਕਲਾ ਨਾਲ। ਗੁਰੂ ਸਾਹਿਬ ਖੁਰੇ ਇਹਨਾਂ ਨੂੰ ਕਿੰਨੀਆਂ ਵੱਡੀਆਂ ਪਦਵੀਆਂ ਦੇ ਦੇਵੇ। ਚੋਰੀ ਕਰਨ ਨਾਲ ਘਰ ਦਾ ਮਾਲਕ ਨਹੀਂ ਬਣਿਆ ਜਾਂਦਾ ਹੁੰਦਾ। ਘਰ ਵਿੱਚ ਮਿਹਨਤ ਕਰਨ ਨਾਲ ਹੀ ਕੋਈ ਪਦਵੀ ਮਿਲਦੀ ਹੈ, ਕੋਈ ਮਾਣ ਸਨਮਾਨ ਮਿਲਦਾ। ਮੇਨ ਦਰਵਾਜ਼ੇ ਤੋਂ ਆਓ, ਖਿੜਕੀਆਂ ਤੋਂ ਕਿਉਂ ਆਉਂਦੇ ਹੋ? ਖਿੜਕੀਆਂ ਤੋਂ ਚੋਰ ਆਉਂਦੇ ਨੇ, ਮੇਨ ਦਰਵਾਜ਼ਿਆਂ ਤੋਂ ਘਰ ਦੇ ਮਾਲਕ ਆਉਂਦੇ ਨੇ, ਘਰ ਦੇ ਮਹਿਮਾਨ ਆਉਂਦੇ ਨੇ, ਘਰ ਦੇ ਨਿਵਾਜੇ ਹੋਏ ਲੋਕ ਆਉਂਦੇ ਨੇ। ਇਸ ਕਰਕੇ ਇਹ ਤਾਂ ਐਵੇਂ ਗੱਲਾਂ ਹੀ ਬੜੇ ਕਰ ਚਲੇ ਗਏ, ਬੜਿਆਂ ਕਰ ਚਲੇ ਜਾਣ। ਇਸ ਲਈ ਸਮਰਪਿਤ ਹੋ ਕੇ ਗੁਰੂ ਗ੍ਰੰਥ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਆਨ ਸ਼ਾਨ ਨੂੰ ਸਮਰਪਿਤ ਹੋ ਕੇ ਹੀ ਸਾਡਾ ਜੀਵਨ ਹੈ। ਨਹੀਂ ਤਾਂ ਜਿਹੜੇ ਸਿੱਖ ਵਿਰੋਧੀ ਸ਼ਕਤੀਆਂ ਨੇ ਉਹ ਪਹਿਲਾਂ ਹੀ ਇਹ ਚਾਹੁੰਦੀਆਂ ਨੇ ਕਿ ਆਪਸ ਵਿੱਚ ਇਹ ਲੜੇ ਰਹਿਣ। ਇਸ ਕਰਕੇ ਅਸੀਂ ਗੁਜ਼ਾਰਿਸ਼ ਕਰਦੇ ਹਾਂ ਬਈ ਜੋ ਤੁਹਾਨੂੰ ਹੈਗਾ ਉਹ ਤੁਸੀਂ ਆ ਕੇ ਦੱਸੋ। ਹਾਂਜੀ ਸਿੰਘ ਸਾਹਿਬ ਜੀ, ਅਫਗਾਨਿਸਤਾਨ 'ਚ ਜਿਹੜੇ ਹਾਲਾਤ ਬਣੇ ਨੇ ਇਸ ਟਾਈਮ ਦੇ ਉੱਤੇ, ਸਾਹਿਬ ਜਿਹੜਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੀ ਨਵੀਂ ਚੋਣ ਹੋਈ ਹੈ, ਉਹਨੂੰ ਲੈ ਕੇ ਇੱਕ ਰੋਲਾ ਪੈ ਰਿਹਾ ਕਿ ਉੱਥੋਂ ਕੋਈ ਸੋਨਾ ਚੁੱਕਿਆ ਗਿਆ ਜੀ, ਆਪਣੀ ਚੁੱਕੀਆਂ ਗਈਆਂ, ਕੀ ਰੋਲਾ ਹੈ ਜੀ? ਦੇਖੋ, ਪਿਛਲੇ ਮਹੀਨੇ ਦੀ 25 ਜੁਲਾਈ ਨੂੰ ਚੋਣ ਹੋ ਗਈ ਸੀ, ਜਿਸ ਵਿੱਚ ਪੁਰਾਣੇ ਸਾਬਕਾ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋਂ ਤੇ ਸਕੱਤਰ ਛਾਬੜਾ ਜੀ ਤੇ ਹੋਰ ਇਹ ਹਾਰ ਗਏ ਸਨ ਤੇ ਨਵੀਂ ਕਮੇਟੀ ਜਿਹੜੀ ਹੈ ਉਹ ਚੋਣ ਜਿੱਤ ਗਈ ਸੀ। ਇਹਨਾਂ ਵੱਲ ਕਾਫੀ ਜ਼ਿਆਦਾ ਮੈਂਬਰ ਸੀ। ਉਸ ਤੋਂ ਬਾਅਦ ਪਤਾ ਚੱਲਿਆ ਵੀ ਪੁਰਾਣੇ ਜਿਹੜੇ ਸਕੱਤਰ ਨੇ ਉਹ ਤਾਲਾ ਲਾ ਕੇ ਜਨਰਲ ਸਕੱਤਰ ਚਲੇ ਗਏ ਨੇ। ਸੰਗਤਾਂ ਵੱਲੋਂ ਇਹ ਸ਼ਿਕਾਇਤ ਆ ਰਹੀ ਹੈ ਵੀ ਤਖਤ ਸਾਹਿਬ ਜੀ ਦੇ ਦਫ਼ਤਰ ਨੂੰ ਤਾਲਾ ਲਾਉਣਾ ਸ੍ਰੀ ਤਖਤ ਸਾਹਿਬ ਨੂੰ ਤਾਲਾ ਲਾਉਣ ਦੇ ਬਰਾਬਰ ਹੈ। ਇਸ ਕਰਕੇ ਇਹ ਬੱਜਰ ਪਾਪ ਹੈ। ਬਾਕੀ ਵੀ ਅਸੀਂ ਪੋਲੀਟੀਕਲ ਵੀ ਜੇ ਦੇਖੀਏ ਤੇ ਕੱਲ ਮਨਮੋਹਨ ਸਿੰਘ ਸਰਕਾਰ ਸੀ ਤੇ ਜੇ ਉਹ ਹਾਰ ਗਈ ਹੈ ਤੇ ਪਾਰਲੀਮੈਂਟ ਨੂੰ ਤਾਲਾ ਲਾ ਕੇ ਤਾਂ ਨਹੀਂ ਗਈ। ਇਹ ਇੱਕ ਬਹੁਤ ਵੱਡਾ ਕੁਕਰਮ ਹੈ। ਇਹ ਸਾਡੀ ਪਰੰਪਰਾ ਹੀ ਗਲਤ ਹੈ। ਇਹ ਕਦੀ ਵੀ ਨਹੀਂ ਪੈਣੀ ਚਾਹੀਦੀ ਵੀ ਕੱਲ ਨੂੰ ਇੱਕ ਜਥੇਦਾਰ ਤਬਦੀਲ ਹੁੰਦਾ ਤੇ ਉਹ ਤਾਲਾ ਲਾ ਕੇ ਚਲਾ ਜਾਏ, ਇੱਕ ਕਮੇਟੀ ਹਾਰਦੀ ਹੈ ਤੇ ਉਹ ਤਾਲੇ ਲਾ ਕੇ ਚਲੀ ਜਾਏ। ਇਹ ਗਲਤ ਹੈ। ਇਸ ਕਰਕੇ ਇਹ ਵੀ ਪ੍ਰਬੰਧਕਾਂ ਵੱਲੋਂ ਜਿਹੜਾ ਉਹ ਲਿਖਿਆ ਗਿਆ ਜੀ ਜੀ ਦੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਪੱਤਰ ਭੇਜਿਆ ਗਿਆ। ਅਸੀਂ ਵੀ ਭਾਈ ਮਹਿੰਦਰਪਾਲ ਸਿੰਘ ਢਿੱਲੋਂ ਨੂੰ 2 ਵਾਰੀ ਤਖਤ ਸਾਹਿਬ ਤੋਂ ਲੈਟਰ ਭੇਜਿਆ ਕਿ ਤੁਸੀਂ ਪੇਸ਼ ਹੋ ਕੇ ਤੇ ਆਪਣਾ ਜਿਹੜਾ ਤਾਲਾ ਹੈਗਾ ਉਹ ਖੋਲ੍ਹ ਕੇ ਤੇ ਚਾਰਜ ਦਿਓ। ਤੇ 12 ਤਰੀਕ ਨੂੰ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੀ ਉਹਨਾਂ ਨੂੰ ਬੁਲਾਇਆ ਗਿਆ ਸੀ, ਲੇਕਿਨ ਉਹ ਹਾਜ਼ਰ ਨਹੀਂ ਹੋਏ। ਜੇਕਰ ਉਹ ਚਾਰਜ ਨਹੀਂ ਦਿੰਦੇ ਮਹਿੰਦਰਪਾਲ ਸਿੰਘ ਢਿੱਲੋਂ ਤਾਂ ਉਹਨਾਂ ਤੇ ਤਖਤ ਪਟਨਾ ਸਾਹਿਬ ਵੱਲੋਂ ਵੀ ਸਖਤ ਕਾਰਵਾਈ ਹੋਏਗੀ ਔਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਸਖਤ ਕਾਰਵਾਈ ਹੋਏਗੀ। ਇਹ ਕੋਈ ਲਿਹਾਜ਼ ਨਹੀਂ ਕਿਸ ਦਾ ਕੀਤਾ ਜਾ ਸਕਦਾ ਤੇ ਜਿਹੜਾ ਮਰਜ਼ੀ ਉੱਠ ਕੇ ਤਾਲੇ ਲਾ ਦੇਵੇ। ਕਿੰਨਾ ਕੁ ਸੋਨਾ ਗਾਇਬ ਹੋਇਆ, ਕਿੰਨੀਆਂ ਕਿ ਐਫਡੀ ਜਿਹੜੀਆਂ ਗਾਇਬ ਹੋਈਆਂ? ਇਹ ਮੇਰੇ ਕੋਲ ਸੋਨੇ ਦਾ ਵਜ਼ਨ ਤਾਂ ਨਹੀਂ ਹੈ, ਪਰ ਇਹ ਮੈਨੂੰ ਪਤਾ ਲੱਗਿਆ ਵੀ ਉਹਦੇ ਵਿੱਚ ਪ੍ਰਬੰਧਕਾਂ ਨੇ ਜਿਹੜੀ ਨਵੀਂ ਕਮੇਟੀ ਉਹਨਾਂ ਨੇ ਐਲੀਗੇਸ਼ਨ ਲਾਇਆ ਵੀ ਇਹ ਸੋਨਾ ਵੀ ਲੈ ਗਏ ਨੇ, ਐਫਡੀਆਂ ਵੀ ਲੈ ਗਏ ਨੇ। ਔਰ ਇਹ ਵੀ ਪਤਾ ਲੱਗਾ ਕਿ ਤਖਤ ਸਾਹਿਬ ਦੇ ਨਾਂ ਤੇ ਬੈਂਕਾਂ ਤੋਂ ਲੋਨ ਵੀ ਕੁਝ ਲਿਆ ਹੋਇਆ, ਜਿਹਦੀ ਕਿ ਨਾ ਲੋੜ ਸੀ ਨਾ ਕੁਝ ਸੀ। ਸਾਡੇ 2 ਸਾਲ ਦੇ ਸੇਵਾ ਕਾਲ ਦੌਰਾਨ ਕੋਈ ਪ੍ਰਬੰਧਕਾਂ ਨੇ ਇਹ ਗੱਲ ਕਹੀ ਹੈ ਮੀਡੀਆ 'ਚ ਵੀ ਕੋਈ 25-30 ਕਰੋੜ ਰੁਪਇਆ ਸਾਡੇ ਰਾਹੀਂ ਸੰਗਤਾਂ ਵੱਲੋਂ ਤਖਤ ਸਾਹਿਬ ਜਮ੍ਹਾਂ ਹੋਇਆ ਔਰ ਬਹੁਤ ਵੱਡੀ ਸੇਵਾ ਅਨਾਜ ਆਦਿਕ ਦੀ ਹੋਈ ਹੈ। ਕਈ ਚੀਜ਼ਾਂ ਨੇ ਜਿਹੜੀਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਵਿੱਚ ਲਿਖ ਕੇ ਭੇਜੀਆਂ ਗਈਆਂ ਸ਼ਿਕਾਇਤ ਰੂਪ ਵਿੱਚ, ਤਾਂ ਕਿ ਉਹਨਾਂ 'ਤੇ ਜਲਦੀ ਤੋਂ ਜਲਦੀ ਨਿਰਣਾ ਹੋਵੇ। ਔਰ ਇਸ ਦਾ ਤਾਂ ਮੈਂ ਮੁੱਢੋਂ ਹੀ ਜਿਹੜਾ ਵਿਰੋਧ ਕਰਦਾ ਕਿ ਕੋਈ ਵੀ ਮਨੁੱਖ, ਭਾਵੇਂ ਮੈਂ ਵੀ ਹਾਂ, ਕੱਲ੍ਹ ਨੂੰ ਜੇ ਗੁਰੂ ਪੰਥ ਮੈਨੂੰ ਸੇਵਾ ਮੁਕਤ ਕਰਦੇ ਨੇ, ਹੋਰ ਕੋਈ ਯੋਗ ਬੰਦਾ ਆ ਜਾਂਦਾ ਤਾਂ ਮੈਂ ਉਹਨੂੰ ਖੁਦ ਸਰੋਪਾ ਦੇ ਕੇ ਆਉਣਾ ਚਾਹਾਂਗਾ। ਇਹ ਨਹੀਂ ਵੀ ਮੈਂ ਤਾਲੇ ਲਾ ਕੇ ਆ ਜਾਵਾਂ। ਇਸ ਲਈ ਇਹ ਚੀਜ਼ਾਂ ਜਿਹੜੀਆਂ ਨੇ ਗਲਤ ਨੇ। ਇਹਦੇ ਨਾਲ ਪੰਥ ਵਿੱਚ ਗਲਤ ਪਰੰਪਰਾ ਦਾ ਜਨਮ ਹੁੰਦਾ। ਇਸ ਲਈ ਮੈਂ ਵੀ ਇਹ ਗੱਲ ਕਹਿੰਦਾ ਵੀ ਸਰਦਾਰ ਮਹਿੰਦਰਪਾਲ ਸਿੰਘ ਜੀ ਢਿੱਲੋਂ ਜਲਦੀ ਤੋਂ ਜਲਦੀ ਤੁਰੰਤ ਆ ਕੇ ਤੇ ਜਿਹੜੇ ਤਾਲੇ ਨੇ ਉਹ ਖੋਲ੍ਹਣ ਤੇ ਨਵੀਂ ਕਮੇਟੀ ਨੂੰ ਕੰਮਕਾਰ ਕਰਨ ਦੇਣ। ਬਹੁਤ ਚੀਜ਼ਾਂ ਰੁਕੀਆਂ ਹੋਈਆਂ ਨੇ। ਕੋਈ 500 ਮੈਂਬਰਾਂ ਦਾ ਸਟਾਫ ਹੈ, ਉਹ ਸਾਰਿਆਂ ਦੀ ਤਨਖਾਹ ਰੁਕੀ ਹੈ।
ਜੇ ਦਫ਼ਤਰ ਖੁੱਲ੍ਹੇਗਾ ਤੇ ਤਨਖਾਹਾਂ ਮਿਲਣਗੀਆਂ, ਬੈਂਕ ਆਪਰੇਸ਼ਨ ਸ਼ੁਰੂ ਹੋਏਗਾ ਤੇ ਕੰਮ ਚੱਲਣਗੇ। ਇਸ ਕਰਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ, ਤਖਤ ਪਟਨਾ ਸਾਹਿਬ ਪੇਸ਼ ਹੋ ਕੇ ਇਸ ਕੰਮ ਲਈ ਮਾਫੀ ਵੀ ਮੰਗਣੀ ਚਾਹੀਦੀ ਹੈ ਔਰ ਬਹੁਤ ਈਜ਼ੀਲੀ ਇਹਨੂੰ ਜਿਹੜਾ ਤਾਲੇ ਵੀ ਖੋਲ ਕੇ ਤੇ ਜਾਂਚ ਕਿਸ ਤਰ੍ਹਾਂ ਹੋਊਗੀ ਜਿਹੜੀ ਹੁਣ ਪਾਈਆਂ ਜਾ ਰਹੀਆਂ ਨੇ, ਜੋ ਚਰਚਾ ਕੀਤੀ ਜਾ ਰਹੀ ਹੈ? ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਕਮੇਟੀ ਜਿਹੜੀ ਹੈ ਨਿਯੁਕਤ ਕੀਤੀ ਗਈ ਹੈ, ਉਹ ਜਾ ਕੇ ਸਾਰੀ ਜਾਂਚ ਪੜਤਾਲ ਕਰੇਗੀ ਔਰ ਜੋ ਉਹਨਾਂ ਦਾ ਨਿਰਣਾ ਹੋਵੇਗਾ, ਜੋ ਉਹਨਾਂ ਦੀ ਪੜਤਾਲ ਹੋਵੇਗੀ ਉਹ ਦੱਸਣਗੇ। ਕੋਈ ਸਭਾ ਤੈਅ ਕੀਤੀ ਗਈ ਹੈ ਗੌਤਮ ਗਿੱਲ ਜਿਹੜੇ ਉਹ ਪੇਸ਼ ਹੋਣ? ਜਲਦੀ ਤੋਂ ਜਲਦੀ। ਗੁਰੂ ਨਾਨਕ ਸਾਹਿਬ ਦੀ ਯਾਤਰਾ ਦੇ ਨਾਲ ਬਹੁਤ ਸਾਰੇ ਗੁਰਦੁਆਰੇ ਉੱਥੇ ਸੰਬੰਧਿਤ ਨੇ, ਪੁਰਾਤਨ ਸਰੂਪ ਉੱਥੇ ਨੇ, ਕਿਸ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਜਾਂ ਕਿਸ ਤਰ੍ਹਾਂ ਦੇ ਯਤਨ ਕਰਨੇ ਚਾਹੀਦੇ ਨੇ? ਦੇਖੋ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਵਿੱਚ ਕੌਮ ਨੂੰ, ਸਾਰੇ ਸਾਡੇ ਸਿੱਖ ਲੀਡਰ ਸਾਹਿਬਾਨ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨੂੰ, ਸਭ ਨੂੰ ਯਤਨ ਕਰਨਾ ਚਾਹੀਦਾ। ਕਾਬੁਲ ਇੱਕ ਇਹੋ ਜਿਹਾ ਥਾਂ ਹੈ ਜਿਹਨੂੰ ਸਤਿਗੁਰੂ ਜੀ ਨੇ ਆਪਣੇ ਦਸਤੇ ਮੁਬਾਰਕ ਨਾਲ ਆਪਣੇ ਹੁਕਮਨਾਮੇ ਜਗ੍ਹਾ ਦਿੱਤੀ ਹੋਈ। ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ, ਤੁਸਾਂ ਉੱਤੇ ਆ ਸਾਡੀ ਅਪਾਰ ਖੁਸ਼ੀ ਹੈ, ਕੇਸ ਆ ਸਾਡੀ ਮੋਹਰ ਹੈ, ਤੁਸੀਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ। ਇਤਿਹਾਦਕ ਗੁਰੂ ਸਾਹਿਬ ਨੇ ਆਪਣੇ ਹੁਕਮਨਾਮਿਆਂ 'ਚ ਕਾਬਲ ਦੀ ਸੰਗਤ ਨੂੰ ਨਿਵਾਜਿਆ ਹੋਇਆ। ਇਸ ਲਈ ਬਹੁਤ ਸਾਰੀਆਂ ਮਹਾਰਾਜ ਜੀ ਦੀਆਂ ਉੱਥੇ ਨਿਸ਼ਾਨੀਆਂ ਨੇ, ਸਤਿਗੁਰੂ ਜੀ ਦੇ ਸ਼ਸਤਰ ਨੇ, ਪੁਰਾਤਨ ਹਸਤ ਲਿਖਤ ਮਹਾਰਾਜ ਦੇ ਸਰੂਪ ਨੇ, ਜਿਨ੍ਹਾਂ 'ਚੋਂ 3 ਸਰੂਪ ਪਤਾ ਨਹੀਂ ਹਸਤ ਲਿਖਤ ਨੇ ਕਿ ਪ੍ਰਿੰਟਡ ਨੇ, ਉਹ ਆਏ ਵੀ ਨਹੀਂ। ਔਰ ਉਹਨਾਂ ਸਿੱਖਾਂ ਤੋਂ ਮੈਂ ਸਦਕੇ ਜਾਣਾ ਜਿਹੜੇ ਜਿੰਨਾ ਚਿਰ ਜਹਾਜ਼ ਵਿੱਚ ਰਹੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਸੀਸ ਤੇ ਰੱਖਿਆ, ਉਹ ਬਹੁਤ ਸਤਿਕਾਰ ਨਾਲ ਲੈ ਕੇ ਆਏ ਨੇ ਔਰ ਭਾਰਤ ਸਰਕਾਰ ਨੇ ਵੀ ਸਨਮਾਨ ਦਿੱਤਾ ਹੈ। ਭਾਰਤ ਸਰਕਾਰ ਨੂੰ ਵੀ ਇਹ ਅਸੀਂ ਅਪੀਲ ਕਰਦੇ ਹਾਂ ਕਿ ਉੱਥੇ ਜਾ ਕੇ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਵਿੱਚ, ਅਸੀਂ ਹੋਰ ਕਿਸੇ ਨੂੰ ਨਹੀਂ ਅਗਵਾਈ ਦੇ ਸਕਦੇ, ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਜਿਤਨੇ ਪੁਰਾਤਨ ਸਰੂਪ ਨੇ ਮਹਾਰਾਜ ਦੇ, ਜਿਤਨੇ ਮਹਾਰਾਜ ਜੀ ਦੇ ਅੰਗ ਲਾਏ ਹੋਏ ਸ਼ਸਤਰ ਨੇ, ਉਹ ਸ਼ਸਤਰ ਗੁਰੂ ਦਾ ਦੀਦਾਰ ਹੀ ਹੈ। ਉਹਨਾਂ ਨੂੰ ਸਾਰਿਆਂ ਨੂੰ ਸਨਮਾਨ ਸਹਿਤ, ਜਿਵੇਂ ਅੱਗੇ ਇੰਗਲੈਂਡ ਤੋਂ ਸ਼ਸਤਰ ਆਏ ਸਨ, ਹੁਣ ਕਾਬਲ ਤੋਂ ਵੀ ਆ ਸਕਦੇ ਨੇ। ਇੰਗਲੈਂਡ ਨਾਲੋਂ ਤਾਂ ਕਾਬਲ ਹੈ ਵੀ ਨੇੜੇ। ਹਾਂਜੀ, ਠੀਕ ਹੈ ਜੀ।